ਭਵਿੱਖਬਾਣੀ ਕੀਤੀ ਸੀ ਵੀ ਇਹ ਜਿਹੜੀ ਗੈਂਗ ਵਾਇਲੈਂਸ ਹੈ ਜੇਲ੍ਹ ਦੇ ਅੰਦਰ ਹੋ ਸਕਦੀ ਹੈਗੀ ਹੈ ਤੇ ਇਹ ਮਰਡਰ ਤੱਕ ਵੀ ਜਾ ਸਕਦੀ ਹੈਗੀ ਇਹ ਸਾਰੇ ਲਾਰੈਂਸ ਬਿਸ਼ਨੋਈ ਤੇ ਜਿੰਨੇ ਗੈਂਗਸਟਰ ਨੇ ਗੋਇੰਦਵਾਲ ਦੀ ਹੀ ਜੇਲ੍ਹ ਦੇ ਵਿੱਚ ਰੱਖੇ ਗਏ ਨੇ, ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜੇ ਹੋਏ ਸੀ ਕਿ ਆਪਸ ਦੇ ਵਿੱਚ ਲਾਰੈਂਸ ਤੇ ਗੋਲਡੀ ਬਰਾੜ ਦਾ ਜਿਹੜਾ ਇੱਕ ਧੜਾ ਹੈ ਉਹ ਜੱਗੂ ਭਗਵਾਨਪੁਰੀਏ ਦੇ ਹੁਣ ਖਿਲਾਫ ਹੋ ਚੁੱਕਾ ਹੈ, ਜਾਂ ਕਹਿ ਲਈ ਵੀ ਜੱਗੂ ਭਗਵਾਨਪੁਰੀਏ ਵੱਲੋਂ ਜ਼ਿਆਦਾ ਰਿਐਕਸ਼ਨ ਹੈ। ਬਠਿੰਡੇ ਦੀ ਲੜਾਈ ਤੋਂ ਠੀਕ 1 ਮਹੀਨੇ ਬਾਅਦ ਜੋ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਹੋਇਆ ਉਸਨੇ ਮੋਹਰ ਲਾਤੀ ਹੈ ਤੇ ਹੁਣ ਜਿਸ ਤਰੀਕੇ ਦੇ ਬਿਆਨ ਸੋਸ਼ਲ ਮੀਡੀਆ ਦੇ ਵਿੱਚ ਗੋਲਡੀ ਬਰਾੜ ਨੇ ਪੋਸਟਾਂ ਪਾਈਆਂ ਨੇ, ਹਾਲਾਂਕਿ ਪੰਜਾਬ ਪੁਲਿਸ ਨੇ ਕਿਹਾ ਕਿ ਜਿਹੜੀ ਪੋਸਟਾਂ ਨੇ ਉਹ ਫੇਕ ਨੇ, ਲੇਕਿਨ ਜੋ ਜਾਣਕਾਰੀ ਉਸ ਫੇਕ ਪੋਸਟ ਦੇ ਵਿੱਚ ਗੋਲਡੀ ਬਰਾੜ ਦੇ ਨਾਂ ਨਾਲੋਂ ਨਸ਼ਰ ਕੀਤੀ ਗਈ, ਸਾਰੇ ਦੇ ਸਾਰੇ ਗੈਂਗਸਟਰਾਂ ਦਾ ਨਾਮ ਲੈਤਾ ਗਿਆ। ਮਨਦੀਪ ਤੂਫਾਨ ਤੇ ਮਨੀ ਰਈਆ ਇਹ ਦੋ ਉਹ ਤੀਸਰਾ ਮੋਡਿਊਲ ਸੀ ਜਿਨ੍ਹਾਂ ਨੂੰ ਗੋਲਡੀ ਬਰਾੜ ਨੇ ਇਸ ਕੰਮ ਦੇ ਵਿੱਚ ਲਾ ਰੱਖਿਆ ਸੀ। ਮੇਰਾ ਨੈਟਵਰਕ ਵਰਤ ਕੇ, ਮੇਰੇ ਸ਼ੂਟਰ ਵਰਤ ਕੇ, ਬਾਅਦ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਵੀ ਉਹਦੇ ਬੰਦੇ ਮਰ ਰਹੇ ਨੇ, ਜੇਲ੍ਹਾਂ ਦੇ ਵਿੱਚ ਵੀ ਉਹਦੇ ਹੀ ਬੰਦੇ ਮਾਰੇ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਇਹ ਚੀਜ਼ ਉਹਦੇ ਮਨ ਦੇ ਵਿੱਚ ਸੀ, ਉਹਨੇ ਇਸ ਚੀਜ਼ ਨੂੰ ਕਲੇਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਤੇ ਜੀ ਜਿਵੇਂ ਤੁਸੀਂ ਗੱਲ ਕੀਤਾ ਵੀ ਬਾਹਰ ਵੀ ਇਹਨਾਂ ਦੇ ਨੈਟਵਰਕਿੰਗ ਸਾਰੀ ਬਾਹਰੋਂ ਵੀ ਚੱਲਦੀ ਹੈ, ਬਹੁਤ ਸਾਰੇ ਜਿਹੜੇ ਹੈਂਡਲਰਸ ਨੇ ਗੈਂਗ ਦੇ ਬਾਹਰ ਬੈਠੇ ਨੇ, ਤਾਂ ਲੰਡਾ ਹਰੀਕੇ ਜਿਹੜਾ ਰਿੰਦਾ ਹੈ ਜੀ ਉਹ ਜਿਉਂਦਾ ਹੈ, ਤਾਂ ਹੋਰ ਜਿਹੜੇ ਬਾਕੀ ਦੇ ਜਿਹੜੇ ਬਾਹਰ ਗੈਂਗਸਟਰਸ ਬੈਠੇ ਨੇ ਉਹ ਕਿੱਧਰ ਨੂੰ ਝੁਕ ਰਹੇ ਨੇ ਕਿ ਉਹ ਦੇਖ ਰਹੇ ਨੇ ਵੀ ਕਿੱਧਰ ਨੂੰ ਜਾਇਆ ਜਾਵੇ ਕਿੱਧਰ ਨੂੰ ਨਹੀਂ ਜਾਇਆ ਜਾਵੇ, ਕਿਉਂਕਿ ਹਰ ਇੱਕ ਗੈਂਗ ਅਪਰੋਚ ਤਾਂ ਕਰੂਗਾ, ਆਪਣੇ ਪੱਖ ਵੀ ਰੱਖੂਗਾ ਵੀ ਸਾਡੇ ਨਾਲ ਵੱਧ ਤੋਂ ਵੱਧ ਸਪੋਰਟ ਹੋਵੇ। ਜੱਗੂ ਭਗਵਾਨਪੁਰੀਏ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਆਮੋ ਸਾਹਮਣੇ ਨੇ, ਜੇਲ੍ਹ ਦੇ ਅੰਦਰ ਇੱਕ ਦੂਸਰੇ ਦੇ ਉੱਤੇ ਲਗਾਤਾਰ ਅਟੈਕ ਕਰ ਰਹੇ ਨੇ। ਹਾਲ ਦੀ ਜਿਹੜੀ ਖਬਰਾਂ ਆਈਆਂ ਉਹਦੇ ਅੰਦਰ 2 ਬੰਦਿਆਂ ਦੀ ਮੌਤ ਵੀ ਹੋ ਚੁੱਕੀ ਹੈ ਜੇਲ੍ਹ ਦੇ ਅੰਦਰ, ਜੋ ਕਿ ਜੱਗੂ ਭਗਵਾਨਪੁਰੀਏ ਦੇ ਗੈਂਗ ਮੈਂਬਰ ਦੱਸੇ ਜਾ ਰਹੇ ਨੇ। ਅੱਜ ਇਸੀ ਵਿਸ਼ੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ, ਸ਼ੁਕਰ। ਤੇ ਜੀ ਤੁਸੀਂ ਭਵਿੱਖਬਾਣੀ ਕੀਤੀ ਸੀ ਵੀ ਇਹ ਜਿਹੜੀ ਗੈਂਗ ਵਾਇਲੈਂਸ ਹੈ ਜੇਲ੍ਹ ਦੇ ਅੰਦਰ ਹੋ ਸਕਦੀ ਹੈਗੀ ਹੈ ਤੇ ਇਹ ਮਰਡਰ ਤੱਕ ਵੀ ਜਾ ਸਕਦੀ ਹੈਗੀ ਹੈ, ਵੀ ਖੂਨ ਤੱਕ ਕਰ ਸਕਦੇ, ਵੀ ਇੱਥੇ ਤੱਕ ਗੱਲਾਂ ਪਹੁੰਚ ਚੁੱਕੀਆਂ ਨੇ, ਪਰ ਫਿਰ ਵੀ ਸਰਕਾਰ ਜਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਦੇਖੀਆਂ ਕਰ ਦਿੱਤੀਆਂ ਗਈਆਂ ਗੱਲਾਂ। ਦੇਖੋ ਜੀ, ਇਹ ਸਰਕਾਰ ਦੀ, ਜੇਲ੍ਹ ਪ੍ਰਸ਼ਾਸਨ ਦੀ, ਗੋਇੰਦਵਾਲ ਸਾਹਿਬ ਦੀ ਜੇਲ੍ਹ ਜਿਹੜੀ ਹੈਗੀ ਆ ਉੱਥੋਂ ਦੇ ਅਧਿਕਾਰੀਆਂ ਦੀ ਤਣਗਹਿਲੀ ਹੈ ਹੀ, ਕਿਉਂਕਿ ਤੁਹਾਨੂੰ ਯਾਦ ਹੋਏਗਾ ਕੁਝ ਹਫ਼ਤੇ ਪਹਿਲਾਂ ਹੀ ਇਸੇ ਜੇਲ੍ਹ ਦੇ ਵਿੱਚ ਮਾਰਕੁੱਟ ਕੀਤੀ ਸੀ ਦੀਪਕ ਟੀਨੂ ਨੇ। ਸੋ ਦੀਪਕ ਟੀਨੂ ਲਾਰੈਂਸ ਬਿਸ਼ਨੋਈ ਦਾ ਮੇਨ ਗੈਂਗਸਟਰ ਹੈ ਤੇ ਉਸ ਨੂੰ ਗੋਇੰਦਵਾਲ ਜੇਲ੍ਹ ਵਿੱਚ ਸਾਰੇ ਦੇ ਸਾਰੇ ਲਾਰੈਂਸ ਬਿਸ਼ਨੋਈ ਦੇ ਜਿੰਨੇ ਗੈਂਗਸਟਰ ਨੇ ਗੋਇੰਦਵਾਲ ਦੀ ਹੀ ਜੇਲ੍ਹ ਦੇ ਵਿੱਚ ਰੱਖੇ ਗਏ ਨੇ, ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜੇ ਹੋਏ। ਸਮਝਿਆ ਜਾ ਰਿਹਾ ਸੀ ਕਿ ਆਪਸ ਦੇ ਵਿੱਚ ਇਹ ਆਪਸ ਦੇ ਹੀ ਸੇਮ ਗੈਂਗ ਦੇ ਮੈਂਬਰ ਹੈਗੇ ਨੇ, ਕਿਉਂਕਿ ਜੱਗੂ ਭਗਵਾਨਪੁਰੀਏ, ਲਾਰੈਂਸ ਬਿਸ਼ਨੋਈ ਇਕੱਠੇ ਸੀ। ਲੇਕਿਨ ਅੱਜ ਤੋਂ ਤਕਰੀਬਨ 2 ਹਫ਼ਤੇ ਪਹਿਲਾਂ ਇਸ ਚੀਜ਼ ਦੀ ਜਾਣਕਾਰੀ ਮੈਨੂੰ ਮਿਲੀ ਸੀ ਕਿ ਬਠਿੰਡੇ ਜੇਲ੍ਹ ਦੇ ਵਿੱਚ ਇੱਕ ਝਗੜਾ ਹੁੰਦਾ ਹੈ ਜਿਸ ਵਿੱਚ ਜੱਗੂ ਭਗਵਾਨਪੁਰੀਆ ਜੋ ਕਿ ਬਠਿੰਡਾ ਜੇਲ੍ਹ ਦੇ ਵਿੱਚ ਸੀ, ਉਸ ਦੇ ਨਾਲ ਸੰਪਤ ਨਹਿਰਾ ਤੇ ਉਸਦੇ ਕੁਝ ਹੋਰ ਸਾਥੀ, ਜਿਸ ਦੇ ਵਿੱਚ ਗੋਲੀ ਕਾਜ਼ੀਕੋਟ ਸ਼ਾਮਲ ਹੁੰਦਾ ਹੈ, ਜਿਸ ਦੇ ਵਿੱਚ ਬੌਬੀ ਮਲਹੋਤਰਾ ਸ਼ਾਮਲ ਹੁੰਦਾ ਹੈ, ਉਹਨਾਂ ਦਾ ਆਪਸ ਦੇ ਵਿੱਚ ਝਗੜਾ ਜੱਗੂ ਭਗਵਾਨਪੁਰੀਏ ਦੇ ਨਾਲ ਹੋਇਆ ਤੇ ਗੱਲਬਾਤ ਹੱਥੋਂ ਪਾਈ ਤੱਕ ਆਈ ਸੀ। ਉਸ ਵਕਤ ਮੈਂ ਇਹ ਜਾਣਕਾਰੀ ਦਿੱਤੀ ਸੀ ਕਿ ਆਪਸ ਦੇ ਵਿੱਚ ਲਾਰੈਂਸ ਤੇ ਗੋਲਡੀ ਬਰਾੜ ਦਾ ਜਿਹੜਾ ਇੱਕ ਧੜਾ ਹੈ ਉਹ ਜੱਗੂ ਭਗਵਾਨਪੁਰੀਏ ਦੇ ਹੁਣ ਖਿਲਾਫ ਹੋ ਚੁੱਕਾ ਹੈ, ਜਾਂ ਕਹਿ ਲਈ ਵੀ ਜੱਗੂ ਭਗਵਾਨਪੁਰੀਏ ਵੱਲੋਂ ਜ਼ਿਆਦਾ ਰਿਐਕਸ਼ਨ ਹੈ। ਸੋ ਇਹਦਾ ਜਿਹੜਾ ਬੇਸ ਸੀਗਾ ਉਹ ਸੀ ਮਨਪ੍ਰੀਤ ਮਾਨੂ ਜਿਹੜਾ ਸੀ ਤੇ ਜਗਰੂਪ ਰੂਪਾ, ਜੋ ਕਿ ਐਨਕਾਊਂਟਰ ਦੇ ਵਿੱਚ ਢੇਰ ਕਰਤੇ ਗਏ ਸੀ। ਸਿੱਧੂ ਮੂਸੇਵਾਲਾ ਤੇ AK-47 ਖੁਦ ਮਨਪ੍ਰੀਤ ਮਾਨੂ ਨੇ ਚਲਾਈ ਸੀ। ਸੋ ਉਹ ਐਨਕਾਊਂਟਰ ਦੀ ਜਿਹੜੀ ਟਿਪ ਆਫ ਸੀ ਪੁਲਿਸ ਨੂੰ ਦਿੱਤੇ ਜਾਣ, ਇਸ ਗੱਲਬਾਤ ਨੂੰ ਲੈ ਕੇ ਗੈਂਗ ਦੇ ਵਿੱਚ ਅੰਦਰ ਸੁਗਾਹਟ ਸੀ ਜੱਗੂ ਭਗਵਾਨਪੁਰੀਏ ਦੇ ਗੈਂਗ ਦੇ ਅੰਦਰ। ਇਹ ਮੰਨਿਆ ਜਾ ਰਿਹਾ ਸੀ ਜੱਗੂ ਭਗਵਾਨਪੁਰੀ ਨੂੰ ਜਦੋਂ ਕਸਟਡੀ ਵਿੱਚ ਲਿਆ ਪੰਜਾਬ ਪੁਲਿਸ ਨੇ ਦਿੱਲੀ ਦੇ ਸਪੈਸ਼ਲ ਸੈੱਲ ਤੋਂ, ਉਸ ਤੋਂ ਬਾਅਦ ਲੀਡ ਡਿਵੈਲਪ ਹੋਈ ਪੁਲਿਸ ਦੀ ਤੇ ਜੱਗੂ ਨੇ ਹੀ ਟਿਪ ਆਫ ਦੇ ਕੇ, ਲੀਡ ਦੇ ਕੇ ਜਿਹੜੇ ਰੂਪੇ ਦਾ ਤੇ ਮਾਨੂ ਦਾ ਜਿਹੜਾ ਐਨਕਾਊਂਟਰ ਸੀ ਉਹ ਕਰਵਾਇਆ। ਹੁਣ ਇਹ ਗੱਲਬਾਤ ਅੰਦਰ, ਕਿਉਂਕਿ ਜਿਹੜਾ ਰੂਪਾ ਸੀ ਉਹ ਗੋਲੀ ਕਾਜ਼ੀਕੋਟ ਦਾ ਮੇਨ ਬੰਦਾ ਸੀ, ਸੋ ਗੋਲੀ ਕਾਜ਼ੀਕੋਟ ਇਸ ਗੱਲਬਾਤ ਨੂੰ ਲੈ ਕੇ ਔਖਾ ਸੀ ਤੇ ਬੌਬੀ ਜਿਹੜਾ ਮਲਹੋਤਰਾ ਸੀ, ਇਹ ਸਾਰੇ ਦੇ ਸਾਰੇ ਜੱਗੂ ਭਗਵਾਨਪੁਰੀਏ ਦੇ ਨਾਲ ਕੰਮ ਕਰਦੇ ਰਹੇ ਨੇ। ਲੇਕਿਨ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਅੰਦਰ ਹੀ ਸੁਗਬੁਗਾਹਟ ਸੀ ਉਹ ਬਠਿੰਡੇ ਦੀ ਉਸ ਜੇਲ੍ਹ ਦੇ ਵਿੱਚ ਝਗੜੇ ਦੀ ਸ਼ਕਲ ਦੇ ਵਿੱਚ ਸਾਹਮਣੇ ਆਈ, ਜਿਸ ਤੋਂ ਬਾਅਦ ਕਿ ਮੈਂ ਇਸ ਚੀਜ਼ ਦੇ ਬਾਰੇ ਦੱਸਿਆ ਸੀ ਕਿ ਲਾਰੈਂਸ ਬਿਸ਼ਨੋਈ ਤੇ ਇਹਨਾਂ ਦਾ ਆਪਸ ਦੇ ਵਿੱਚ ਹੁਣ ਪਾੜ ਪੈਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਗੱਲ ਮੰਨਣਯੋਗ ਨਹੀਂ ਸੀ। ਉਸ ਵਕਤ ਲੱਗਦਾ ਸੀ ਮੈਨੂੰ ਵੀ ਇਸ ਖਬਰ ਨੂੰ ਘੱਟੋ ਘੱਟ 10 ਦਿਨ, ਇਹ ਜਿਹੜੀ ਘਟਨਾ ਹੈ ਜਨਵਰੀ ਦੇ ਆਖਰੀ ਹਫ਼ਤੇ ਦੀ ਹੈ, ਜਿਹੜਾ ਬਠਿੰਡਾ ਦੀ ਜੇਲ੍ਹ ਦੇ ਵਿੱਚ ਝਗੜਾ ਹੋਇਆ, ਤੇ ਮੈਨੂੰ ਵੀ ਤਕਰੀਬਨ 2 ਹਫ਼ਤੇ ਲੱਗੇ ਸੀ ਇਸ ਗੱਲਬਾਤ ਨੂੰ ਅਲੱਗ-ਅਲੱਗ ਸੂਤਰਾਂ ਤੋਂ। ਉਸ ਤੋਂ ਬਾਅਦ ਵੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ, ਇਟ ਇਜ਼ ਨਾਟ ਪੋਸੀਬਲ। ਲੇਕਿਨ ਹੁਣ ਜਿਹੜਾ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ 26 ਫਰਵਰੀ ਨੂੰ ਜਿਹੜਾ ਹਮਲਾ ਹੁੰਦਾ ਹੈ, ਠੀਕ 1 ਮਹੀਨੇ ਬਾਅਦ, ਬਠਿੰਡੇ ਦੀ ਲੜਾਈ ਤੋਂ ਠੀਕ 1 ਮਹੀਨੇ ਬਾਅਦ ਜੋ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਹੋਇਆ, ਉਸਨੇ ਮੋਹਰ ਲਾਤੀ ਹੈ ਤੇ ਹੁਣ ਜਿਸ ਤਰੀਕੇ ਦੇ ਬਿਆਨ ਸੋਸ਼ਲ ਮੀਡੀਆ ਦੇ ਵਿੱਚ ਗੋਲਡੀ ਬਰਾੜ ਨੇ ਪੋਸਟਾਂ ਪਾਈਆਂ ਨੇ, ਹਾਲਾਂਕਿ ਪੰਜਾਬ ਪੁਲਿਸ ਨੇ ਕਿਹਾ ਕਿ ਜਿਹੜੀ ਪੋਸਟਾਂ ਨੇ ਉਹ ਫੇਕ ਨੇ, ਲੇਕਿਨ ਜੋ ਜਾਣਕਾਰੀ ਉਸ ਫੇਕ ਪੋਸਟ ਦੇ ਵਿੱਚ ਗੋਲਡੀ ਬਰਾੜ ਦੇ ਨਾਂ ਨਾਲੋਂ ਨਸ਼ਰ ਕੀਤੀ ਗਈ, ਸਾਰੇ ਦੇ ਸਾਰੇ ਗੈਂਗਸਟਰਾਂ ਦਾ ਨਾਮ ਲੈਤਾ ਗਿਆ।
ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਵਾਲੇ ਖੁਦ ਅੰਕਿਤ ਸਿਰਸਾ, ਉਹ ਮੁੰਡਾ ਜੋ ਕਿ ਟੀਨਸ ਦੇ ਵਿੱਚ ਸੀ ਤੇ ਸਭ ਤੋਂ ਯੰਗ ਏਜ ਦੇ ਵਿੱਚ ਉਸਨੇ ਆਪਣੇ ਹੱਥਾਂ ਦੇ ਨਾਲ, ਜਿਹਨੂੰ ਕਹਿੰਦੇ ਸੀ ਕਿ ਐਂਬੀ ਡੈਕਸਟਰਸ ਕਿਹਾ ਜਾਂਦਾ ਹੈ ਕਿ ਉਸਨੂੰ ਦੋਹੇ ਹੱਥਾਂ ਨਾਲ ਗੋਲੀਆਂ ਚਲਾਉਂਦਾ ਸੀਗਾ, ਸੋ ਉਹ ਖੁਦ ਇਨਵੋਲਵ ਸੀ। ਸਚਿਨ ਭਿਆਣੀ ਇਨਵੋਲਵ ਸੀ, ਕਸ਼ਿਸ਼ ਇਨਵੋਲਵ ਸੀ, ਅਰਸ਼ਦੀਪ ਖੋਰ ਨਾ ਦੇ ਸਾਰੇ ਦੇ ਸਾਰੇ ਲਾਰੈਂਸ ਬਿਸ਼ਨੋਈ ਦੇ ਉਹੀ ਗੈਂਗਸਟਰ ਸੀ ਜੋ ਕਿ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਡਾਇਰੈਕਟਲੀ ਉਸ ਬੋਲੈਰੋ ਮੋਡਿਊਲ ਦਾ ਹਿੱਸਾ ਬਣ ਕੇ ਆਏ ਸੀ। ਸੋ ਉਹਨਾਂ ਦੇ ਨਾਲ ਝਗੜਾ ਹੁੰਦਾ ਤੇ ਦੂਸਰੇ ਪਾਸੇ ਮਣੀ ਰਈਆ ਤੇ ਮਨਦੀਪ ਤੂਫਾਨ ਤੇ ਜਿਹੜਾ ਮਨਮੋਹਨ ਮੋਹਣਾ ਮਾਰਿਆ ਗਿਆ ਹੈ। ਸੋ ਇਹ ਜਿਹੜਾ ਝਗੜਾ ਸੀ ਇਹ ਉਸੇ ਬਠਿੰਡੇ ਦੇ ਝਗੜੇ ਦਾ ਫਾਲੋਆਊਟ ਸੀ, ਜਿਸ ਤੋਂ ਬਾਅਦ ਕਿ ਸਾਰੇ ਦੇ ਸਾਰੇ ਪਲਾਨ ਕਰਦੇ ਨੇ। ਇਹ ਮੰਨਿਆ ਤਾਂ ਇਹ ਗਿਆ ਕਿ ਹੁਣ ਗੋਇੰਦਵਾਲ ਸਾਹਿਬ ਦੀ ਇਸ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਜੋ FIR ਦੇ ਵਿੱਚ ਅੰਕੜੇ ਦਰਜ ਹੈਗੇ ਨੇ, ਤੱਥ ਦਰਜ ਨੇ, ਉਸ ਦੇ ਵਿੱਚ ਕਿਹਾ ਗਿਆ ਕਿ ਮਨਦੀਪ ਤੂਫਾਨ ਤੇ ਮਣੀ ਰਈਏ ਹੋਣਾ ਵੱਲੋਂ ਜਾ ਕੇ ਦੂਸਰੇ ਬਲਾਕ ਦੇ ਵਿੱਚ 3 ਨੰਬਰ ਵਾਰਡ ਦੇ ਬਲਾਕ ਨੰਬਰ 1 ਦੇ ਵਿੱਚ ਲਾਰੈਂਸ ਦੇ ਬੰਦਿਆਂ ਉੱਤੇ ਹਮਲਾ ਕੀਤਾ ਗਿਆ ਤੇ ਜਵਾਬੀ ਹਮਲੇ ਦੇ ਵਿੱਚ ਉਹਨਾਂ ਨੂੰ ਮਾਰਤਾ ਗਿਆ। ਲੇਕਿਨ ਹੁਣ ਸੱਚਾਈ ਕੀ ਹੈ ਜੇਲ੍ਹ ਦੇ ਵਿੱਚ, ਅਸਲ ਦੇ ਵਿੱਚ ਕੀ ਹੋਇਆ ਹੈ, ਇਸ ਚੀਜ਼ ਦੇ ਬਾਰੇ ਹਲੇ ਕੋਈ ਜਾਣਕਾਰੀ ਨਹੀਂ। ਮਾਮਲੇ ਦੀ ਤਫਤੀਸ਼ ਹੁੰਦੀ ਹੈ ਕਿਉਂਕਿ FIR ਰਜਿਸਟਰ ਹੋਈ ਹੈ, FIR 'ਚ ਵੇਰਵਾ ਦਿੱਤਾ ਗਿਆ ਹੈ, ਲੇਕਿਨ ਵਾਕਈ ਅਜਿਹਾ ਹੋਇਆ ਤੇ ਕੀ ਇਹ ਪੋਸੀਬਲ ਸੀ ਕਿ ਜੇ ਧਾਰ ਕੇ ਲੋਕ ਗਏ ਸੀ ਦੂਸਰੇ ਬੈਰਕ ਦੇ ਵਿੱਚ ਹਮਲਾ ਕਰਨ ਲਈ ਤਾਂ ਉਸ ਤੋਂ ਬਾਅਦ ਇਹਨਾਂ ਦੇ ਹੀ ਬੰਦੇ ਮਾਰ ਜਾਣ, ਖੁਦ ਹੀ ਹਮਲਾ ਕਰਨ ਵਾਲੇ ਮਨਦੀਪ ਤੂਫਾਨ ਤੇ ਜਿਹੜਾ ਮੋਨਾ ਹੈ ਉਸਦਾ ਕਤਲ ਹੋ ਜਾਏ। ਜੀ ਰਿਤੇਸ਼ ਜੀ, ਜਿਹੜੀਆਂ ਜਿਸ ਤਰ੍ਹਾਂ ਦੇ ਪੋਸਟ ਵਾਇਰਲ ਹੋ ਰਹੇ ਨੇ ਉਹਦੇ ਉੱਤੇ ਇੱਕ ਦੂਸਰੇ ਉੱਤੇ ਦੋਸ਼ ਲੱਗ ਰਹੇ ਨੇ, ਜੱਗੂ ਭਗਵਾਨਪੁਰੀ ਦੇ ਗੈਂਗ ਮੈਂਬਰਸ ਜਾਂ ਉਹ ਖੁਦ ਜਿਹੜੇ ਉਹਨਾਂ ਦੇ ਪੋਸਟ ਵਾਇਰਲ ਕਰ ਰਹੇ, ਉਹ ਕਹਿ ਰਹੇ ਵੀ ਅਸੀਂ ਇਹ ਜਿਹਾ ਕੁਝ ਨਹੀਂ ਕੀਤਾ, ਵੀ ਅਸੀਂ ਸੂਹ ਨਹੀਂ ਦਿੱਤੀ, ਅਸੀਂ ਕਿਸੇ ਨੂੰ ਮਰਵਾਇਆ ਨਹੀਂ ਹੈਗਾ ਤੇ ਨਾ ਹੀ ਇਹ ਅਸੀਂ ਕਦੇ ਕੰਮ ਕਰਾਂਗੇ। ਦੂਜੇ ਪਾਸੇ ਇਹ ਵੀ ਗੱਲ ਕਹਿ ਰਹੇ ਵੀ ਇਸ ਚੀਜ਼ ਦਾ ਬਦਲਾ ਵੀ ਕਤਲ ਨਾਲ ਨਹੀਂ ਲਿਆ ਜਾਊਗਾ। ਤੇ ਦੂਜੇ ਪਾਸੇ ਗੋਲਡੀ ਬਰਾੜ ਕਹਿ ਰਹੇ ਆ ਕਿ ਇਹ ਤਾਂ ਸੂਹ ਦੇ ਰਹੇ ਸੀਗੇ, ਵਿਰੋਧੀ ਗੈਂਗ ਨਾਲ ਮਿਲੇ ਹੋਏ ਸੀ ਜੱਗੂ ਭਗਵਾਨਪੁਰੀਏ, ਉਹ ਪੁਲਿਸ ਨਾਲ ਵੀ ਲਗਾਤਾਰ ਜਿਹੜੀ ਗੈਂਗਸ ਦੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸੀ, ਕਿਵੇਂ ਗੈਂਗ ਕੰਮ ਕਰ ਰਿਹਾ, ਉਹਦੇ ਉੱਤੇ ਉਹ ਦੱਸ ਰਹੇ ਸੀਗੇ। ਤੇ ਨਾਲ ਦੀ ਇਹ ਵੀ ਗੱਲ ਕਹੀ ਗਈ ਵੀ ਹੁਣ ਜਿਹੜਾ ਡਰੱਗਸ ਦਾ ਕਾਰੋਬਾਰ ਉਹ ਨਿਸ਼ਾਨੇ ਤੇ ਜੱਗੂ ਭਗਵਾਨਪੁਰੀਏ ਦਾ। ਤਾਂ ਅਸਲ ਜਿਹੜੀ ਗੱਲ ਹੈ, ਜਿਹੜੀ ਕਿੱਥੋਂ ਟ੍ਰਿਗਰ ਹੋ ਰਹੀ ਹੈ ਗੱਲਾਂ, ਵੀ ਅਸਲ ਲੜਾਈ ਕੀ ਹੈ ਇਹਦੇ ਪਿੱਛੇ? ਦੇਖੋ, ਲੜਾਈ ਤਾਂ ਉਹ ਐਨਕਾਊਂਟਰ ਹੀ ਹੈ ਜਿਹੜਾ ਜਗਰੂਪ ਰੂਪੇ ਦਾ ਤੇ ਮਾਨੂ ਦਾ ਹੋਇਆ, ਤੇ ਇਸ ਪੂਰੀ ਘਟਨਾ ਦੇ ਵਿੱਚ ਇੱਕ ਗੋਲੀ ਕਾਜ਼ੀਕੋਟ ਨਾਂ ਦਾ ਗੈਂਗਸਟਰ ਹੈ, ਉਹ ਵੀ ਮੇਨ ਕੈਰੈਕਟਰ ਹੈ ਟੂ ਦ ਐਕਸਟੈਂਟ ਕਿ ਗੋਲੀ ਕਾਜ਼ੀਕੋਟ ਨੇ ਇਹ ਰੂਪੇ ਨੂੰ ਸੋਰਸ ਕੀਤਾ ਸੀ ਕਿਉਂਕਿ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਸੀ। ਸਿੱਧੂ ਮੂਸੇਵਾਲਾ ਨੂੰ ਮਾਰਨ ਲਈ, ਉਸਦੀ ਹੱਤਿਆ ਲਈ ਪੂਰਾ ਦਾ ਪੂਰਾ ਨੈਟਵਰਕ ਜੱਗੂ ਭਗਵਾਨਪੁਰੀਆ ਦਾ ਵਰਤਿਆ ਗਿਆ, ਲੇਕਿਨ ਜੱਗੂ ਭਗਵਾਨਪੁਰੀਆ ਕੀ ਖੁਦ ਉਸ ਦੇ ਵਿੱਚ ਉਹਦਾ ਐਕਟਿਵਲੀ ਇਨਵੋਲਵਡ ਸੀ। ਪਰਚੇ ਦਾ ਸਭ ਦੇ ਖਿਲਾਫ ਦਰਜ ਹੋਏ, ਲੇਕਿਨ ਕੀ ਉਸ ਨੂੰ ਪਤਾ ਵੀ ਸੀ ਪਲੈਨਿੰਗ ਕੌਣ ਕਰ ਰਿਹਾ ਹੈ। ਸੋ ਇਹ ਚੀਜ਼ ਦੇਖਣ ਵਿੱਚ ਆਈ ਹੈ ਕਿ ਗੋਲਡੀ ਬਰਾੜ ਨੇ ਬਹੁਤ ਹੀ ਸਮਾਰਟਲੀ ਇਸ ਪੂਰੇ ਦੇ ਪੂਰੇ ਨੈਟਵਰਕ ਨੂੰ ਵਰਤਿਆ, ਇਸਤੇਮਾਲ ਕੀਤਾ। ਤੇ ਮੈਂ ਇਸ ਚੀਜ਼ ਦੀ ਜਾਣਕਾਰੀ ਆਪਣੇ ਤਮਾਮ ਗੱਲਾਂ ਬਾਤਾਂ ਜਿਹੜੇ ਵੀ ਮੇਰੀਆਂ ਰਿਪੋਰਟਸ ਰਹੀਆਂ ਨੇ ਉਸ ਵਿੱਚ ਦਿੱਤੀ ਹੈ ਕਿ ਮਨਦੀਪ ਤੂਫਾਨ ਜਿਹੜਾ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਮਾਰਿਆ ਗਿਆ, ਮਣੀ ਰਈਆ ਜੋ ਕਿ ਮਾਰਿਆ ਨਹੀਂ ਗਿਆ, ਉਸ ਉੱਤੇ ਹਮਲਾ ਹੋਇਆ ਹੈ ਇਹਨਾਂ ਦੇ ਨਾਲ ਹੀ ਕਿਉਂਕਿ ਹਮਲਾ ਕਰਨ ਵਾਲੇ ਸੀ। ਮਨਦੀਪ ਤੂਫਾਨ ਤੇ ਮਣੀ ਰਈਆ ਇਹ ਦੋ ਉਹ ਤੀਸਰਾ ਮੋਡਿਊਲ ਸੀ ਜਿਨ੍ਹਾਂ ਨੂੰ ਗੋਲਡੀ ਬਰਾੜ ਨੇ ਇਸ ਕੰਮ ਦੇ ਵਿੱਚ ਲਾ ਰੱਖਿਆ ਸੀ। ਇਹ ਪਲੈਨਿੰਗ ਕੀਤੀ ਗਈ ਸੀ ਤੇ ਮੇਰੇ ਕੋਲ ਜਾਣਕਾਰੀ ਕਈ ਮਹੀਨੇ ਪਹਿਲਾਂ ਉਸ ਵਕਤ ਆ ਚੁੱਕੀ ਸੀ ਜਦੋਂ ਮੇਰੀ ਕਿਸੇ ਦਿੱਲੀ ਪੁਲਿਸ ਦੇ ਸਪੈਸ਼ਲ ਅਫਸਰਾਂ ਨੇ ਮੇਰੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਇਹ ਜਿਹੜਾ ਤੁਹਾਡੇ ਕੋਲ ਤੁਸੀਂ ਗੱਲ ਮੈਂ ਜ਼ਿਕਰ ਕੀਤਾ ਸੀ ਕਿਸੇ ਆਪਣੀ ਰਿਪੋਰਟ ਦੇ ਸੰਦਰਭ ਦੇ ਵਿੱਚ ਕਿ ਉਸ ਵਕਤ ਮਨਦੀਪ ਤੂਫਾਨ ਦਾ ਤੇ ਮਣੀ ਰਈਏ ਦਾ ਨਾਂ ਨਹੀਂ ਆ ਰਿਹਾ ਸੀ, ਲੇਕਿਨ ਮੇਰੇ ਸੋਰਸ ਮੈਨੂੰ ਕਹਿ ਰਹੇ ਸੀ ਕਿਤੇ ਨਾ ਕਿਤੇ ਗੱਲਬਾਤ ਗੁਰਦਾਸਪੁਰ ਬਟਾਲੇ ਵਾਲੇ ਪਾਸਿਓਂ ਘੁੰਮੀ ਹੈ, ਵੈਪਨਸ ਵਗੈਰਾ ਉਧਰੋਂ ਆਏ ਹੋ ਸਕਦੇ ਨੇ। ਸੋ ਉਸ ਵਕਤ ਇਹ ਗੱਲਾਂ ਬਾਤਾਂ ਹਾਈਪੋਥੈਟੀਕਲ ਸਨ, ਇਹ ਸਾਰੀ ਚੀਜ਼ਾਂ ਲੀਡ ਸਨ, ਲੇਕਿਨ ਬਾਅਦ ਦੇ ਵਿੱਚ ਇਹ ਚੀਜ਼ ਸਬਸਟੈਂਸ਼ੀਏਟ ਹੋਈ ਅਤੇ ਇਹ ਚੀਜ਼ ਕਲੀਅਰ ਨਿਕਲ ਕੇ ਆਈ ਸੀ ਕਿ ਜਿਹੜਾ ਤੀਸਰਾ ਮੋਡਿਊਲ ਸੀ ਉਸ ਦੇ ਮੈਂਬਰਾਂ ਵਜੋਂ ਮਨਦੀਪ ਤੂਫਾਨ ਤੇ ਮਨੀ ਰਈਆ ਬਿਨਾਂ ਮਰਜ਼ੀ ਦੇ ਕਹਿੰਦੇ ਰਿਲੈਕਟੈਂਟ ਪਾਰਟਨਰਸ ਹੁੰਦੇ ਨੇ, ਉਹਨਾਂ ਨੂੰ ਸ਼ਾਮਲ ਵੀ ਕਰ ਲਿਆ ਗਿਆ। ਉਹ ਲੋਕ ਗਏ ਵੀ ਤੇ ਬਠਿੰਡੇ ਤੱਕ ਹਥਿਆਰ ਤੱਕ ਫੜਾ ਕੇ, ਇਹੀ ਚੀਜ਼ਾਂ ਪੁਲਿਸ ਨੇ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਚ ਕੱਢੀਆਂ ਤੇ ਲੋਕਾਂ ਨੂੰ ਫੜਿਆ ਗਿਆ ਬਾਅਦ ਦੇ ਵਿੱਚ। ਖੱਕ ਪਿੰਡ ਤੋਂ ਤੇ ਰਾਜਾ ਸਾਂਸੀ ਤੋਂ ਦੋਵਾਂ ਨੂੰ ਫੜ ਲਿਆ ਗਿਆ। ਇਹ 1.5 ਸਾਲ ਦੇ ਭਗੌੜੇ ਚੱਲ ਰਹੇ ਸੀ ਰਾਜਾ ਰਾਣਾ ਜਿਹੜਾ ਕੰਡੋਵਾਲੀਆ ਮਰਡਰ ਕੇਸ ਦੇ ਵਿੱਚ। ਸੋ ਜਦੋਂ ਇਹ ਗੱਲਾਂ ਬਾਤਾਂ ਨਿਕਲ ਕੇ ਆਈਆਂ ਫਿਰ ਇਹ ਚੀਜ਼ ਸਾਹਮਣੇ ਆਈ ਕਿ ਮਨਦੀਪ ਤੂਫਾਨ ਤੇ ਉਹ ਜਿਹੜਾ ਤੀਸਰਾ ਮੋਡਿਊਲ ਸੀ ਕਿ ਮੌਕੇ ਤੇ ਗਿਆ ਜਾਂ ਨਹੀਂ ਗਿਆ। ਉਸ ਦੇ ਵਿੱਚ ਫੈਕਟ ਇਹ ਸਾਹਮਣੇ ਆਇਆ ਸੀ ਕਿ ਗੋਲਡੀ ਬਰਾੜ ਇਹਨਾਂ ਨੂੰ ਕਾਲ ਕਰਦਾ ਰਿਹਾ ਲੇਕਿਨ ਇਹਨਾਂ ਨੇ ਕਾਲ ਬੰਦ ਕਰਤੇ। ਇਹ ਲੋਕ ਹਥਿਆਰ ਤੱਕ ਤਾਂ ਫੜਾਇਆ ਲੇਕਿਨ ਜਦੋਂ ਇਹਨਾਂ ਨੂੰ ਉੱਥੇ ਜਾ ਕੇ ਕਲੀਅਰ ਹੋਇਆ ਕਿ ਇਹ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਪੂਰੀ ਪਲੈਨਿੰਗ ਹੈ ਤੇ ਇਸ ਦੇ ਵਿੱਚ ਹੋਰਾਂ ਦੇ ਨਾਲ ਇਹਨਾਂ ਨੂੰ ਵਰਤਿਆ। ਇਨਫੈਕਟ ਜੋ ਮੇਰੀ ਜਾਣਕਾਰੀ ਹੈ ਉਸ ਮੁਤਾਬਕ ਇਹ ਚਾਰੋਂ ਬੰਦੇ ਮਨਦੀਪ ਤੂਫਾਨ, ਮਨੀ ਰਈਆ, ਜਗਰੂਪ ਰੂਪਾ ਤੇ ਮਨਪ੍ਰੀਤ ਮਾਨੂ, ਇਹ ਚਾਰਾਂ ਨੇ ਸਲਾਹ ਕੀਤੀ ਤੇ ਆਪਸ ਵਿੱਚ ਪਲਾਨ ਹੋਇਆ ਕਿ ਨਹੀਂ ਅਸੀਂ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਕਰਾਂਗੇ। ਲੇਕਿਨ ਮਨਦੀਪ ਤੂਫਾਨ ਤੇ ਮਣੀ ਰਈਏ ਨੇ ਆਪਣੇ ਫੋਨ ਸਵਿਚ ਆਫ ਕਰਤੇ, ਜਿਸ ਤੋਂ ਬਾਅਦ ਗੋਲਡੀ ਬਰਾੜ ਨੇ ਕਾਫੀ ਕੋਸ਼ਿਸ਼ ਕੀਤੀ ਲੇਕਿਨ ਹੀ ਕੁਡਨਟ ਐਕਸੈਸ them। ਲੇਕਿਨ ਰੂਪੇ ਦੇ ਤੇ ਮਾਨੂ ਦੇ ਫੋਨ ਔਨ ਸੀ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਗੋਲੀ ਕਾਜ਼ੀਕੋਟ ਦੀ ਮਦਦ ਦੇ ਨਾਲ ਇਨਫਲੂਐਂਸ ਕਰਕੇ ਇਸ ਪੂਰੀ ਦੀ ਪੂਰੀ ਸਾਜ਼ਿਸ਼ ਦੇ ਵਿੱਚ ਆਪਣੇ ਨਾਲ ਲੈ ਲਿਆ
ਦੂਸਰੇ ਪਾਸੇ ਬੋਲੈਰੋ ਮੋਡਿਊਲ ਜਿਸ ਵਿੱਚ ਹਰਿਆਣਾ ਬੇਸ ਝੱਜਰ ਬੇਸ ਗੈਂਗਸਟਰ ਸਾਰੇ ਜਿਹੜੇ ਸਿਰਸੇ ਵਗੈਰਾ ਭਿਵਾਨੀ ਹੈਗੇ ਨੇ, ਇਹ ਤਾਂ ਅਲੱਗ ਮੋਡਿਊਲ ਦੇ ਤਹਿਤ ਆ ਰਹੇ ਸੀ। ਸੋ ਇਹ ਗੱਲਬਾਤ ਸੀ। ਸੋ ਇੱਕ ਜਿਹੜਾ ਰੇੜਕਾ ਸੀ ਉਹ ਚੱਲਦਾ ਪਿਆ ਸੀ, ਤੇ ਮਨਦੀਪ ਤੂਫਾਨ ਉਹ ਗੈਂਗਸਟਰ ਸੀ ਜੋ ਕਿ ਇਸ ਸਾਜ਼ਿਸ਼ ਚੋਂ ਬੈਕਆਊਟ ਕੀਤਾ ਸੀ, ਐਸ ਪਰ ਮੇਰੀ ਜਿੰਨੀ ਕਿ ਅਜੇ ਤੱਕ ਇਨਵੈਸਟੀਗੇਸ਼ਨ ਰਹੀ ਹੈ। ਲੇਕਿਨ ਇਹ ਚੀਜ਼ ਗੋਲਡੀ ਬਰਾੜ ਨੂੰ ਵੀ ਰੜਕੀ ਹੋਏਗੀ ਕਿ ਉਸਦਾ ਫੋਨ ਕਿਉਂ ਨਹੀਂ ਚੁੱਕ ਪਾ ਰਿਹਾ ਸੀ। ਹਾਲਾਂਕਿ ਗੋਲਡੀ ਬਰਾੜ ਡਾਇਰੈਕਟਲੀ ਇਹ ਲੋਕਾਂ ਨੂੰ ਹੈਂਡਲ ਨਹੀਂ ਸੀ ਕਰਦਾ, ਲੇਕਿਨ ਇਸ ਆਪਰੇਸ਼ਨ ਲਈ ਉਸਨੇ ਇਹ ਸਾਰੇ ਦੇ ਸਾਰੇ ਗੈਂਗਸਟਰਾਂ ਨੂੰ ਡਾਇਰੈਕਟਲੀ ਹੈਂਡਲ ਕੀਤਾ। ਸੋ ਇੱਕ ਇਹ ਵੀ ਤਸਲਬਾਜ਼ੀ ਰਹੀ ਹੋ ਸਕਦੀ ਹੈ। ਫਿਰ ਜਦੋਂ ਬਠਿੰਡੇ ਦੀ ਜੇਲ੍ਹ ਦੇ ਵਿੱਚ ਘਟਨਾ ਹੁੰਦੀ ਹੈ, ਜਦ ਕਿ ਉਸ ਮਾਰ ਕੁਟਾਈ ਤੋਂ ਬਾਅਦ ਇਹ ਕਲੀਅਰ ਹੋ ਗਿਆ ਸੀ ਕਿ ਹੁਣ ਜਾਂ ਤਾਂ ਜੱਗੂ ਭਗਵਾਨਪੁਰੀ ਵਾਲੇ ਪਾਸੇ ਖੜੇ ਹੋ ਜਾਣ ਇਹ ਲੋਕ ਜਾ ਕੇ, ਜਾਂ ਫਿਰ ਲਾਰੈਂਸ ਤੇ ਗੋਲਡੀ ਦਾ ਸਾਥ ਚੁੱਲਣ। ਸੋ ਜਿਹੜੇ ਜੱਗੂ ਦੇ ਨਾਲ ਦੇ ਬੰਦੇ ਸੀਗੇ ਨੈਟਵਰਕ ਦੇ ਸੀ, ਉਹਨਾਂ ਨੇ ਆਪਣਾ ਰਾਹ ਵੱਖਰਾ ਚੁਣਿਆ, ਤੇ ਇਹ ਚੀਜ਼ ਕਲੀਅਰ ਹੋ ਚੁੱਕੀ ਸੀ ਵੀ ਜੇਲ੍ਹਾਂ ਦੇ ਵਿੱਚ ਹੁਣ ਇੱਕ ਦੂਸਰੇ ਉੱਤੇ ਹਮਲੇ ਹੋ ਸਕਦੇ ਨੇ। ਇਹ ਚੀਜ਼ ਇਹ ਸੰਭਾਵਨਾ ਬੜੀ ਕਲੀਅਰ ਸੀ। ਐਡਾ ਖਤਰਨਾਕ ਹਮਲਾ ਹੋਏਗਾ, ਮੇਰੀ ਜੋ ਜਾਣਕਾਰੀ ਹੈ ਉਸ ਮੁਤਾਬਕ ਇਹ ਵੀ ਹਮਲਾ ਮਾਰਨ ਦੇ ਮਕਸਦ ਦੇ ਨਾਲ ਸ਼ਾਇਦ ਨਾ ਕੀਤਾ ਗਿਆ ਹੋਵੇ, ਬਲਕਿ ਪਰਪਸ ਇਹੀ ਸੀ ਵੀ ਇੱਕ ਦੂਸਰੇ ਨੂੰ ਮਾਰ ਕੁੱਟ ਦੋ, ਇੱਕ ਸੁਨੇਹਾ ਦਿੱਤਾ ਜਾਵੇ ਵੀ ਇਹਦੇ ਨਾਲ ਪ੍ਰਕਰਸ਼ਨਾਂ ਹੋ ਸਕਦੇ। ਹਾਂ, ਲੇਕਿਨ ਉੱਥੇ ਹਾਲਾਤ ਜ਼ਿਆਦਾ ਖਰਾਬ ਹੋਏ, ਤੇ ਜਿਸ ਤਰੀਕੇ ਨਾਲ ਕਹਿ ਰਹੇ ਨੇ ਵੀ ਲੋਹੇ ਦੀਆਂ ਜਿਹੜੀਆਂ ਲੋਹੇ ਦੇ ਕੀ ਕਹਿੰਦੇ ਪੱਤੀਆਂ ਹੁੰਦੀਆਂ ਨੇ, ਇਹਨਾਂ ਦੀ ਜੇਲ੍ਹ ਦਾ ਕੋਈ ਹਥਿਆਰ ਮਿਲਦੇ ਨਹੀਂ, ਪੱਤੀਆਂ ਦੇ ਨਾਲ ਹੀ ਕਾਫੀ ਜ਼ਿਆਦਾ ਘਾਤਕ ਹਮਲੇ ਕੀਤੇ ਗਏ। ਰਿਤੇਸ਼ ਜੀ, ਲਾਰੈਂਸ ਬਿਸ਼ਨੋਈ ਦਾ ਜਿਹੜਾ ਗੈਂਗ ਆ ਬਹੁਤ ਜ਼ਿਆਦਾ ਵੱਧ ਗਿਆ, ਉਹਦੇ 'ਚ ਵੱਡੇ ਵੱਡੇ ਸਟਰੋਂਗ ਧੜੇ ਵੀ ਬਣ ਗਏ। ਇੱਕ ਧੜਾ ਸੰਪਤ ਨਹਿਰਾ ਦਾ, ਟੀਨੂ ਦਾ ਹੈ, ਇੱਕ ਧੜਾ ਗੋਲਡੀ ਬਰਾੜ ਦਾ ਹੈਗਾ, ਤੇ ਇੱਕ ਧੜਾ ਪੈਰੀ ਦਾ ਹੈਗਾ, ਜਿਹੜੇ ਉਹਦੇ DAV ਤੋਂ ਯਾਰ ਦੋਸਤ ਚੱਲਦੇ ਆ ਰਹੇ ਨੇਗੇ। ਤਾਂ ਇਹ ਗੱਲ ਬਾਤ ਜਦੋਂ ਹੈਗੀ ਹੈ, ਵੱਖਰੇ ਵੱਖਰੇ ਧੜੇ ਹੈਗੇ ਨੇ ਇੰਡੀਵਿਜੂਅਲ ਲੈਵਲ ਤੇ, ਆਪਣੇ ਲੈਵਲ ਤੇ ਇਹਨਾਂ ਦੀ ਜ਼ਿਆਦਾ ਲੜਾਈ ਹੈਗੀ ਕਿ ਲਾਰੈਂਸ ਤੇ ਜੱਗੂ ਦੀ ਵੀ ਆਪਸ ਜ਼ਿਆਦਾ ਫੁੱਟ ਹੈਗੀ, ਹੁਣ ਵੱਧ ਗਈ ਹੈ? ਨਹੀਂ, ਇਹ ਸਾਰੇ ਦੇ ਸਾਰੇ ਇੱਕ ਹੀ ਨੇ, ਜਿਹਨੇ ਤੁਸੀਂ ਨਾਂ ਲਏ ਨੇ। ਬੇਸਿਕਲੀ ਲਾਰੈਂਸ ਦਾ ਗੈਂਗ ਆਉਂਦਾ, ਇਹਦੇ ਵਿੱਚ ਸੰਪਤ ਨਹਿਰਾ, ਦੀਪਕ ਟੀਨੂ, ਹੁਣ ਇਹਨਾਂ ਨੇ ਕੰਮ, ਦੀਪਕ ਟੀਨੂ ਨਸ਼ੇ ਦਾ ਕਾਰੋਬਾਰ ਕਰਦਾ ਹੈ, ਸੰਪਤ ਨਹਿਰਾ ਦੀ ਇੱਕ ਅਲੱਗ ਕਹਾਣੀ ਹੈਗੀ ਹੈ। ਪੈਰੀ ਦਾ ਇੱਕ ਬੜਾ ਹੀ ਡਿਫਰੈਂਟ ਲੈਵਲ ਦੇ ਉੱਤੇ, ਉਹਨੂੰ ਕਈ ਵਾਰ ਬੇਲਾਂ ਤੇ ਅੰਦਰ ਬਾਹਰ ਹੋ ਰਿਹਾ, ਉਹਦੀ ਕੋਈ ਇਨਵੋਲਵਮੈਂਟ ਜ਼ਿਆਦਾ ਨਹੀਂ ਰਹੀ, ਲੇਕਿਨ ਉਹਨੂੰ ਫਿਰ ਵੀ ਹਰ ਦੂਜੇ ਚੌਥੇ ਕੇਸ ਦੇ ਵਿੱਚ ਉਹਨੂੰ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ। ਅਲੱਗ ਅਲੱਗ ਇਹਨਾਂ ਦੇ ਲੈਵਲ ਨੇ, ਲੇਕਿਨ ਲੈ ਦੇ ਕੇ ਲਾਰੈਂਸ ਦੇ ਜਿਹੜਾ ਖੇਮਾ ਹੈ ਉਹ ਇਕੱਠਾ ਹੈਗਾ, ਠੀਕ ਹੈ। ਗੋਲਡੀ ਬਰਾੜ ਜਿਹੜਾ ਹੈ ਉਹ ਹੈਂਡਲਰ ਹੈ। ਲਾਰੈਂਸ ਬਿਸ਼ਨੋਈ ਦਾ ਸਾਰਾ ਕੰਮ ਗੋਲਡੀ ਬਰਾੜ ਕੈਨੇਡਾ ਤੋਂ ਬੈਠ ਕੇ ਜਾਂ ਨਾਰਥ ਅਮਰੀਕਾ ਜਿੱਥੇ ਵੀ ਇਸ ਵਕਤ ਮੁਲਕ ਵਿੱਚ ਹੈ, ਉੱਥੋਂ ਬੈਠ ਕੇ ਉਹ ਹੈਂਡਲ ਕਰ ਰਿਹਾ। ਇਹ ਬੜੀਆਂ ਚੀਜ਼ਾਂ ਕਲੀਅਰ ਨੇ। ਜੱਗੂ ਭਗਵਾਨਪੁਰੀ ਦਾ ਨੈਟਵਰਕ ਵੱਖਰਾ ਸੀ। ਜੱਗੂ ਭਗਵਾਨਪੁਰੀ ਕਦੇ ਵੀ ਲਾਰੈਂਸ ਬਿਸ਼ਨੋਈ ਗੈਂਗ ਦਾ ਬੰਦਾ ਨਹੀਂ ਸੀਗਾ, ਉਹਦਾ ਆਪਣਾ ਸਿਸਟਮ ਸੀ, ਉਹਦਾ ਆਪਣਾ ਨੈਟਵਰਕ ਸੀ, ਉਸਦੇ ਕੋਲ ਆਪਣਾ ਬੇਸ ਸੀ, ਕਿਉਂਕਿ ਐਸੈਂਸ਼ੀਅਲੀ ਡਰੱਗ ਦੀ ਸਮਗਲਿੰਗ ਇੱਕ ਮੇਨ ਉਹਦੀ ਜਿਹੜੀ ਰਹੀ ਹੈ। ਲੇਕਿਨ ਆਫ ਲੇਟ ਉਸਨੇ ਪਿਛਲੇ 3-4 ਸਾਲਾਂ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਵਾਇਆ। ਇੱਕ ਸਰਪੰਚ ਸੀ ਅਕਾਲੀ ਦਲ ਦਾ, ਉਸਦਾ ਕਤਲ ਹੋਇਆ, ਰਾਣਾ ਕੰਡੋਵਾਲੀਆ ਦਾ ਕਤਲ ਹੋਇਆ, ਉਸਦੇ ਵਿੱਚ ਡਾਇਰੈਕਟਲੀ ਜ਼ਿੰਮੇਵਾਰੀਆਂ ਜੱਗੂ ਭਗਵਾਨਪੁਰੀ ਨੇ ਜੇਲ੍ਹਾਂ ਵਿੱਚੋਂ ਬੈਠ ਕੇ ਕਬੂਲੀਆਂ, ਤੋਂ ਉਸਦੇ ਸ਼ੂਟਰ ਆਏ ਵੀ। ਹੁਣ ਇਹ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਤਾਲਮੇਲ ਕਰਦੇ ਰਹਿੰਦੇ ਸੀ, ਕਿਉਂਕਿ ਪੰਜਾਬ ਦੇ ਵਿੱਚ ਜੱਗੂ ਦਾ ਨੈਟਵਰਕ ਲਾਰੈਂਸ ਦਾ ਨੈਟਵਰਕ ਨਾਲੋਂ ਹਮੇਸ਼ਾ ਤੋਂ ਸਟਰੋਂਗ ਰਿਹਾ ਹੈ। ਅੱਜ ਵੀ ਉਹ ਕਾਫੀ ਮਜ਼ਬੂਤ ਨੈਟਵਰਕ ਹੈ, ਉਸਨੂੰ ਅੰਡਰ ਐਸਟੀਮੇਟ ਨਹੀਂ ਕੀਤਾ ਜਾ ਸਕਦਾ। ਲੇਕਿਨ ਓਵਰ ਅ ਪੀਰੀਅਡ ਆਫ ਟਾਈਮ ਇਸ ਵਾਰਦਾਤ ਸਿੱਧੂ ਮੂਸੇਵਾਲਾ ਤੋਂ ਬਾਅਦ ਹੋਇਆ ਇਹ ਕਿ ਲਾਰੈਂਸ ਦਾ ਤੇ ਗੋਲਡੀ ਦਾ ਜਿਹੜਾ ਗ੍ਰਾਫ ਸੀ ਉਹ ਅੰਡਰਵਰਲਡ ਦੇ ਵਿੱਚ ਉੱਤੇ ਗਿਆ। ਪੰਜਾਬ ਦੇ ਪੱਖੋਂ ਵੀ ਉਹਨਾਂ ਦੀ ਫਿਰੌਤੀਆਂ ਮਿਲਣ ਵਾਲੀਆਂ ਲੱਖਾਂ ਤੋਂ ਕਰੋੜਾਂ ਤੱਕ ਪਹੁੰਚ ਗਈਆਂ। ਕਿਤੇ ਨਾ ਕਿਤੇ ਅੰਦਰ ਖਾਤੇ ਜੱਗੂ ਨੂੰ ਇਸ ਚੀਜ਼ ਦਾ ਮਲਾਲ ਵੀ ਸੀ ਵੀ ਮੇਰਾ ਪੂਰਾ ਦਾ ਪੂਰਾ ਨੈਟਵਰਕ ਵੀ ਵਰਤ ਗਏ, ਕਿਉਂਕਿ ਮੈਂ ਤੁਹਾਨੂੰ ਦੱਸਾਂ ਵੀ ਜੱਗੂ ਭਗਵਾਨਪੁਰੀ ਦਾ ਉਹਨੇ ਇੱਕ ਵਾਰ ਫਿਰੌਤੀ ਮੰਗੀ ਸੀ ਸਿੱਧੂ ਮੂਸੇਵਾਲਾ ਤੋਂ। ਸਭ ਤੋਂ ਪਹਿਲੀ ਫਿਰੌਤੀ ਜਿਹੜੀ ਸਿੱਧੂ ਮੂਸੇਵਾਲਾ ਤੋਂ ਮੰਗੀ ਗਈ ਸੀ, ਲੇਕਿਨ ਕੁਝ ਮਹੀਨੇ ਤੱਕ ਜਦੋਂ ਸਿੱਧੂ ਮੂਸੇਵਾਲਾ ਨੇ ਕਦੇ ਕੁਝ ਉਹਨਾਂ ਨੂੰ ਕਹਾ ਨਹੀਂ ਪਾਇਆ, ਉਸ ਤੋਂ ਬਾਅਦ ਜੱਗੂ ਤਾਂ ਪਿੱਛੇ ਹਟ ਗਿਆ। ਜੱਗੂ ਨੇ ਇਹ ਫਿਰ ਦੁਬਾਰਾ ਉਸਨੇ ਫਿਰੌਤੀ ਦੱਸਿਆ ਜਾਂਦਾ ਵੀ ਨਹੀਂ ਮੰਗੀ। ਲੇਕਿਨ ਲਾਰੈਂਸ ਬਿਸ਼ਨੋਈ ਤਦ ਤੱਕ ਪਿਕਚਰ 'ਚ ਆ ਚੁੱਕਾ ਸੀ। ਲਾਰੈਂਸ ਨੇ ਜਾਂ ਲਾਰੈਂਸ ਦੇ ਬੰਦਿਆਂ ਦੇ ਜ਼ਰੀਏ ਕਈ ਸੁਨੇਹੇ ਮੈਸੇਜ ਵੀ ਲਵਾਏ। ਇੱਕ ਕਾਲ ਵੀ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕੀਤੀ, ਫਿਰੌਤੀ ਉਸਦੀ ਨਹੀਂ ਦਿੱਤੀ ਜਿਹੜੀ ਗਈ ਸਿੱਧੂ ਮੂਸੇਵਾਲਾ ਵੱਲੋਂ। ਉਸ ਤੋਂ ਬਾਅਦ ਉਸਨੂੰ ਕਈ ਐਸੇ ਮੈਸੇजेस ਲੱਗਦੇ ਰਹੇ। ਫਿਰ ਉਸ ਤੋਂ ਬਾਅਦ ਰੈਸਟ ਵਟ ਯੂ ਸੀ ਇਜ਼ ਹਿਸਟਰੀ। ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ, ਉਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੇ ਮਨ ਦੇ ਵਿੱਚ ਇਹ ਗੱਲਾਂ ਬਾਤਾਂ ਜ਼ਰੂਰ ਆਈਆਂ ਕਿ ਮੇਰਾ ਨੈਟਵਰਕ ਵਰਤ ਕੇ, ਮੇਰੇ ਸ਼ੂਟਰ ਵਰਤ ਕੇ, ਬਾਅਦ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਵੀ ਉਹਦੇ ਬੰਦੇ ਮਰ ਰਹੇ ਨੇ, ਜੇਲ੍ਹਾਂ ਦੇ ਵਿੱਚ ਵੀ ਉਹਦੇ ਹੀ ਬੰਦੇ ਮਾਰੇ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਇਹ ਚੀਜ਼ ਉਹਦੇ ਮਨ ਦੇ ਵਿੱਚ ਸੀ। ਉਹਨੇ ਇਸ ਚੀਜ਼ ਨੂੰ ਕਲੇਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਕਈ ਲੋਕਾਂ ਦੇ ਨਾਲ ਜਿਹੜੀ ਗੱਲਾਂ ਬਾਤਾਂ ਉਸਦੀਆਂ ਹੁੰਦੀਆਂ ਰਹੀਆਂ, ਦੇਸ਼ ਵਿਦੇਸ਼ ਦੇ ਵਿੱਚ ਉਹਦੇ ਬਹੁਤ ਹੈਂਡਲਰ ਬੈਠੇ ਨੇ ਜੋ ਕਿ ਹੁਣ ਇਸ ਵਕਤ ਐਕਟਿਵ ਹੋ ਰਹੇ ਹੈਗੇ ਨੇ। ਉਹਨਾਂ ਦੇ ਨਾਲ ਗੱਲਾਂ ਬਾਤਾਂ 'ਚ ਉਸਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪੂਰੇ ਜਿਹੜੀ ਵਾਰਦਾਤ ਕੀਤੀ ਗਈ ਉਸਦੇ ਵਿੱਚ ਉਸਦੇ ਬੰਦਿਆਂ ਨੂੰ ਵਰਤਿਆ ਗਿਆ। ਹਾਲਾਂਕਿ ਮਨਦੀਪ ਤੂਫਾਨ ਵਰਗੇ ਤਾਂ ਬੰਦੇ ਆਖਰੀ ਮੋਮੈਂਟ ਤੇ, ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ, ਬੈਕਆਊਟ ਕਰ ਗਏ ਸੀ। ਇਹ ਲੋਕ ਮਾਰਨਾ ਕੋਈ ਵੀ ਨਹੀਂ ਚਾਹੁੰਦਾ ਸੀ ਸਿੱਧੂ ਮੂਸੇਵਾਲਾ ਨੂੰ, ਲੇਕਿਨ ਗੋਲਡੀ ਬਰਾੜ ਵਾਸ ਹੈਲ ਬੈਂਟ ਕਿ ਨੁਕਸਾਨ ਸਿੱਧੂ ਮੂਸੇਵਾਲਾ ਦਾ ਇਹਨਾਂ ਨੇ ਕਰਨਾ ਹੀ ਕਰਨਾ ਹੈ। ਸੋ ਉਹ ਸਾਰੀ ਗੱਲਾਂ ਬਾਤਾਂ ਸੀ ਆਪਸ ਦੇ ਵਿੱਚ, ਕਿਉਂਕਿ ਫਿਰ ਬਾਅਦ ਦੇ ਵਿੱਚ ਡਿਸਕ੍ਰੈਡਿਟ ਵੀ ਜੱਗੂ ਭਗਵਾਨਪੁਰੀ ਨੂੰ ਕੀਤਾ ਜਾਣ ਲੱਗਾ ਵੀ ਤੂੰ ਆਪਣੇ ਬੰਦਿਆਂ ਦੀ ਮੁਖਬਰੀ ਕੀਤੀ ਹੈ, ਆਪਣੇ ਬੰਦਿਆਂ ਦੀ ਲੀਡ ਟਿਪ ਆਫ ਦਿੱਤੀ। ਉਸਨੂੰ ਆਪਣੇ ਹੀ ਜਿਹੜਾ ਨੈਟਵਰਕ ਸੀ ਉਸ ਦੇ ਵਿੱਚ ਉਸਦੀ ਬਦਨਾਮੀ ਵੀ ਹੋਣੀ ਸ਼ੁਰੂ ਹੋ ਗਈ ਸੀ। ਇਹੀ ਕਾਰਨ ਸੀ ਕਿ ਜੱਗੂ ਭਗਵਾਨਪੁਰੀਆ ਬੌਬੀ ਮਲਹੋਤਰਾ ਦੇ ਗਲੇ ਪਿਆ ਉਸ ਦਿਨ,
ਬਠਿੰਡੇ ਦੀ ਜੇਲ੍ਹ 'ਚ ਘਟਨਾ ਹੁੰਦੀ ਹੈ, ਉਸ ਤੋਂ ਬਾਅਦ ਇਹ ਸਾਰੇ ਲੋਕ ਮਿਲ ਕੇ ਆਉਂਦੇ ਨੇ ਜਿਹੜੀ ਬੈਰਕ ਦੇ ਵਿੱਚ। ਜੱਗੂ ਭਗਵਾਨਪੁਰੀ ਇਸ ਦੇ ਨਾਲ ਦੀਪਕ ਟੀਨੂ ਵੀ ਸੀ। ਕਿਹਾ ਗਿਆ ਵੀ ਉੱਥੇ ਆਪਸ ਦੇ ਵਿੱਚ ਹੱਥੋਂ ਪਾਈ ਹੋਏ ਇਹ ਲੋਕ, ਨੌਬਤ ਅਜਿਹੀ ਆ ਚੁੱਕੀ ਸੀ। ਉਸ ਤੋਂ ਬਾਅਦ ਇਹਨਾਂ ਨੂੰ ਅਲੱਗ ਕੀਤਾ ਗਿਆ, ਇਹ ਮਾਮਲਾ ਦਬ ਗਿਆ। ਇਸ ਮਾਮਲੇ ਵਿੱਚ ਕੋਈ ਕੇਸ ਨਹੀਂ ਰਜਿਸਟਰ ਹੋਇਆ, ਕੋਈ ਖੂਨ ਖਰਾਬਾ ਨਹੀਂ ਸੀ ਹੋਇਆ, ਲੇਕਿਨ ਉਸ ਦਿਨ ਤੋਂ ਕਲੀਅਰ ਹੋ ਚੁੱਕਾ ਸੀ ਕਿ ਆਪਸ ਦੇ ਵਿੱਚ ਇਹ ਗੈਂਗ ਫਟ ਗਏ ਨੇ ਤੇ ਇਹਨਾਂ ਦੀ ਫਿਰ ਅਪਰਾਧ ਵੱਖਰੇ ਵੱਖਰੇ ਸੀ। ਸੋ ਇਹ ਚੀਜ਼ ਕਲੀਅਰ ਸੀ ਕਿ ਜੇਲ੍ਹਾਂ ਦੇ ਵਿੱਚ ਇਹ ਚੀਜ਼ ਦੀ ਸੰਭਾਵਨਾ ਹੋ ਸਕਦੀ, ਲੇਕਿਨ ਇਸ ਚੀਜ਼ ਦਾ ਆਈਡੀਆ ਕਿਸੇ ਨੂੰ ਨਹੀਂ ਸੀ ਵੀ ਐਡਾ ਖੂਨੀ ਮਾਮਲਾ ਇਹ ਬਣ ਜਾਏਗਾ। ਜੀ ਰਿਤੇਸ਼ ਜੀ, ਜਿਵੇਂ ਤੁਸੀਂ ਗੱਲ ਕੀਤਾ ਵੀ ਬਾਹਰ ਵੀ ਇਹਨਾਂ ਦੇ ਨੈਟਵਰਕਿੰਗ ਸਾਰੀ ਬਾਹਰੋਂ ਵੀ ਚੱਲਦੀ ਹੈ, ਬਹੁਤ ਸਾਰੇ ਜਿਹੜੇ ਹੈਂਡਲਰਸ ਨੇ ਗੈਂਗ ਦੇ ਬਾਹਰ ਬੈਠੇ ਨੇ, ਤਾਂ ਲੰਡਾ ਹਰੀਕੇ ਜਿਹੜਾ ਰਿੰਦਾ ਹੈ ਜੀ ਉਹ ਜਿਉਂਦਾ ਹੈ, ਤਾਂ ਹੋਰ ਜਿਹੜੇ ਬਾਕੀ ਦੇ ਜਿਹੜੇ ਬਾਹਰ ਗੈਂਗਸਟਰਸ ਬੈਠੇ ਨੇ ਉਹ ਕਿੱਧਰ ਨੂੰ ਝੁਕ ਰਹੇ ਨੇ, ਕਿ ਉਹ ਦੇਖ ਰਹੇ ਨੇ ਵੀ ਕਿੱਧਰ ਨੂੰ ਜਾਇਆ ਜਾਵੇ ਕਿੱਧਰ ਨੂੰ ਨਹੀਂ ਜਾਇਆ ਜਾਵੇ, ਕਿਉਂਕਿ ਹਰ ਇੱਕ ਗੈਂਗ ਅਪਰੋਚ ਤਾਂ ਕਰੂਗਾ, ਆਪਣੇ ਪੱਖ ਵੀ ਰੱਖੂਗਾ ਵੀ ਸਾਡੇ ਨਾਲ ਵੱਧ ਤੋਂ ਵੱਧ ਸਪੋਰਟ ਹੋਵੇ। ਦੇਖੋ ਸਿੱਧੀ ਜੀ ਗੱਲ ਹੈ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਹੁਣ ਜਿਹੜੀ ਨੇੜਤਾ ਵੱਧਦੀ ਪਈ ਹੈ ਗੋਲਡੀ ਬਰਾੜ ਦੀ ਵਜ੍ਹਾ ਨਾਲ, ਉਹ ਲੰਡੇ ਹਰੀਕੇ ਦੀ ਵੱਧ ਚੁੱਕੀ ਹੈ ਤੇ ਰਿੰਦੇ ਨੂੰ ਵੀ ਨਾਲ ਹੀ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਵੀ ਚਲੋ ਰਿੰਦਾ ਵੀ ਨਾਲ ਹੀ ਹੈ ਇਹਨਾਂ ਦੇ। ਸੋ ਰਵਿੰਦਰ ਰਿੰਦਾ ਤੇ ਲੰਡਾ ਹਰੀਕੇ ਇਹਨਾਂ ਦਾ ਅਲੱਗ ਨੈਟਵਰਕ ਹੈ, ਇਹਨਾਂ ਦਾ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਉਸ ਤਰੀਕੇ ਦਾ ਕੋਈ ਸਾਂਝ ਨਹੀਂ ਹੈ, ਲੇਕਿਨ ਹੁਣ ਇਹਨਾਂ ਦੇ ਵਿੱਚ ਜਿਹੜੀ ਸਿਨਰਜੀ ਨਵੀਂ ਬਣ ਰਹੀ ਹੈ ਉਹਦੇ ਵਿੱਚ ਇਹ ਲੋਕ ਇਕੱਠੇ ਆ ਰਹੇ ਨੇ। ਹੁਣ ਇਹ ਜੱਗੂ ਭਗਵਾਨਪੁਰੀ ਦੇ ਵਿੱਚ ਤੇ ਲਾਰੈਂਸ ਗੋਲਡੀ ਦੀ ਜਿਹੜੀ ਆਪਸ ਦੀ ਲੀਗ ਹੈ ਉਹਨਾਂ ਦੇ ਵਿੱਚ ਜਿਹੜਾ ਪਾੜ ਪਿਆ, ਉਸ ਦੀ ਵਜ੍ਹਾ ਨਾਲ ਹੁਣ ਇੱਕ ਜਿਹੜੀ ਦੂਸਰੀ ਸਿਨਰਜੀ ਬਣਨੀ ਹੈ ਉਹ ਇਹ ਹੈ ਕਿ ਇਹ ਹੁਣ ਦੂਸਰੇ ਵਾਲੇ ਗੈਂਗਸ ਦੇ ਨਾਲ ਹੱਥ ਮਿਲਾਏਗਾ ਜੱਗੂ ਭਗਵਾਨਪੁਰੀਆ, ਜਾਂ ਦੂਸਰੇ ਵਾਲੇ ਗੈਂਗ ਜਿਸ ਦੇ ਵਿੱਚ ਬੰਬੀਹਾ ਗੈਂਗ ਆ ਜਾਂਦਾ ਹੈ। ਦੇਖੋ ਬੰਬੀਹਾ ਗੈਂਗ ਹੋਰੇ ਸਾਰੇ ਆ ਗਏ ਰਾਈਟ, ਐਗਜ਼ੈਕਟਲੀ ਜੀ ਹਾਂ ਬਿਲਕੁਲ। ਸੁਖਪ੍ਰੀਤ ਬੁੱਢਾ, ਲੱਕੀ ਪਟਿਆਲ, ਦਵਿੰਦਰ ਬੰਬੀਹਾ ਤੇ ਦਿੱਲੀ ਦੇ ਬਹੁਤ ਗੈਂਗ ਜਿਹੜੇ ਐਕਟਿਵ ਨੇ, ਜਿਸ ਵਿੱਚੋਂ ਕੌਸ਼ਲ ਚੌਧਰੀ ਦਾ ਗੈਂਗ ਹੈ। ਹੁਣ ਲਾਰੈਂਸ ਬਿਸ਼ਨੋਈ ਦੀਆਂ ਜਿਹੜੀਆਂ ਦਿੱਲੀ ਐਨਸੀਆਰ, ਆਊਟਰ ਐਨਸੀਆਰ, ਰਾਜਸਥਾਨ, ਹਰਿਆਣਾ ਦੇ ਵਿੱਚ ਦੁਸ਼ਮਣੀਆਂ ਨੇ, ਉਹ ਦੂਸਰੇ ਗੈਂਗਸ ਦੇ ਨਾਲ ਉੱਥੇ ਉਹਨਾਂ ਦੀ ਅਲੱਗ ਲੜਾਈ ਚੱਲਦੀ ਪਈ ਹੈ। ਪੰਜਾਬ ਲਾਰੈਂਸ ਦਾ ਕਦੇ ਗੜ ਰਿਹਾ ਨਹੀਂ ਸੀਗਾ ਉਸ ਵਕਤ ਤੱਕ, ਲੇਕਿਨ ਹੁਣ ਪੰਜਾਬ ਦੇ ਵਿੱਚ ਉਹਨਾਂ ਦੇ ਬੰਦੇ ਵੀ ਜ਼ਿਆਦਾ ਹੋ ਗਏ ਆ, ਉਹਨਾਂ ਦੇ ਕਹਿ ਲਓ ਵੀ ਉਹਨਾਂ ਨੇ ਆਪਣਾ ਬੇਸ ਬਣਾ ਵੀ ਲਿਆ ਹੈ, ਲੇਕਿਨ ਇਹ ਸਭ ਕੁਝ ਜੱਗੂ ਦੇ ਸਿਰ ਤੇ ਹੀ ਹੋਇਆ ਹੈ। ਕਿਸੇ ਨਾ ਕਿਸੇ ਸਮੇਂ ਜੱਗੂ ਦੀ ਉਹ ਪੂਰੀ ਹੈਲਪ ਲੈਂਦੇ ਰਹੇ ਨੇ, ਜੱਗੂ ਦਾ ਨੈਟਵਰਕ ਇਸ ਵਾਰਦਾਤ ਦੇ ਵਿੱਚ ਵੀ ਵਰਤਿਆ ਗਿਆ, ਪੂਰਾ ਵਰਤਿਆ ਗਿਆ। ਸੋ ਹੁਣ ਸਥਿਤੀ ਪਰਮੂਟੇਸ਼ਨ ਚੇਂਜ ਹੋ ਗਏ। ਦਵਿੰਦਰ ਬੰਬੀਹੇ ਦੇ ਨਾਲ ਤੁਰਨ ਵਾਲਾ ਰਵਿੰਦਰ ਰਿੰਦਾ ਜਾਂ ਫਿਰ ਲੰਡਾ ਤਾਂ ਖੈਰ ਉਸ ਵਕਤ ਪਿਕਚਰ ਦੇ ਵਿੱਚ ਨਹੀਂ ਸੀ, ਉਹ ਲੋਕ ਹੁਣ ਲਾਰੈਂਸ ਵਾਲੇ ਪਾਸੇ ਆ ਕੇ ਖੜੇ ਹੋ ਗਏ ਨੇ ਗੋਲਡੀ ਦੇ ਨਾਲ। ਤੇ ਜਿਹੜੇ ਲੋਕ ਐਂਟੀ ਹੁੰਦੇ ਸੀਗੇ, ਯਾਨੀ ਕਿ ਜਿਹੜੇ ਬੰਬੀਹੇ ਗੈਂਗ ਦੇ ਐਂਟੀ ਹੁੰਦੇ ਸੀਗੇ, ਉਹ ਜਿਸ ਵਿੱਚ ਜੱਗੂ ਭਗਵਾਨਪੁਰੀ ਆਉਂਦਾ ਸੀ, ਉਹ ਲੋਕ ਹੁਣ ਵਾਪਸ ਉਹਨਾਂ ਵੱਲ ਜਾਣਗੇ। ਮੈਨੂੰ ਇਹ ਲੱਗ ਰਿਹਾ ਵੀ ਇਸ ਤਰੀਕੇ ਦੀ ਹੁਣ ਅਰਥਮੈਟਿਕ ਇਕੁਏਸ਼ਨਾਂ ਬਦਲ ਗਈਆਂ ਨੇ ਤੇ ਇਹ ਕਿਸੇ ਨੂੰ ਇਸ ਤੇ ਪ੍ਰੋਬਲਮ ਵੀ ਨਹੀਂ ਹੈ, ਕਿਉਂਕਿ ਜਿੱਥੇ ਤੱਕ ਸਿੱਧੂ ਮੂਸੇਵਾਲਾ ਦੇ ਮਰਡਰ ਦੀ ਗੱਲ ਹੈ, ਜੱਗੂ ਭਗਵਾਨਪੁਰੀਆ ਜਿੱਥੇ ਤੱਕ ਮੈਂ ਜਾਣਦਾ ਉਹਨੇ ਕਦੇ ਮਰਡਰ ਦਾ ਪਲਾਨ ਨਹੀਂ ਸੀ ਕੀਤਾ। ਸੋ ਇਹ ਜਿਹੜੀ ਵਾਰਦਾਤ ਸੀ ਆਊਟ ਐਂਡ ਆਊਟ ਗੋਲਡੀ ਬਰਾੜ ਦਾ ਬ੍ਰੇਨ ਚਾਈਲਡ ਸੀ, ਜਿਸ ਤੋਂ ਬਾਅਦ ਜ਼ਿਆਦਾ ਨੁਕਸਾਨ ਜਿਹੜਾ ਉਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਿਆ ਉਹ ਗੋਲਡੀ ਨੂੰ ਜੱਗੂ ਭਗਵਾਨਪੁਰੀ ਨੂੰ ਭੁਗਤਣਾ ਪਿਆ। ਜੀ ਰਿਤੇਸ਼ ਜੀ, ਗੱਲ ਪੁਲਿਸ ਦੇ ਪਰਸਪੈਕਟਿਵ ਜੇ ਦੇਖਿਆ ਜਾਵੇ ਜਾਂ ਪੁਲਿਸ ਦੀ ਜੋ ਸੋਚ ਇਸ ਸਮੇਂ ਹੋਗੀ ਕਿ ਪੁਲਿਸ ਇਸ ਗੱਲ ਤੋਂ ਖੁਸ਼ ਹੈ ਵੀ ਇਹ ਗੈਂਗ 'ਚ ਪਾੜ ਪੈ ਗਿਆ, ਕਿਉਂਕਿ ਉਹਨਾਂ ਦਾ ਕੰਮ ਘਟ ਗਿਆ ਤੇ ਇਹਨਾਂ ਦਾ ਆਪਸੀ ਇੱਕ ਦੂਸਰੇ ਪ੍ਰਤੀ ਜਿਹੜਾ ਹੈਗਾ ਵੈਰ ਉਹ ਵੱਧ ਗਿਆ, ਇੱਕ ਦੂਸਰੇ ਨੂੰ ਖਤਮ ਕਰਨ ਵਾਸਤੇ ਆਪ ਹੀ ਜ਼ੋਰ ਲਾਉਣਗੇ, ਪੁਲਿਸ ਨੂੰ ਇੰਨਾ ਜ਼ਿਆਦਾ ਕੰਮ ਨਹੀਂ ਕਰਨਾ ਪੈਣਾ, ਨਾਲੇ ਇਨਫੋਰਮੇਸ਼ਨ ਵੀ ਈਜ਼ੀਲੀ ਗੈਦਰ ਹੋ ਜੂਗੀ। ਹਾਂ ਬਿਲਕੁਲ, ਪੁਲਿਸ ਤੇ ਜਿਹੜੇ ਜੇਲ੍ਹ ਦੀਆਂ ਅਥਾਰਟੀਜ਼ ਨੇ ਜਾਂ ਈਵਨ ਸਾਡੇ ਵਰਗੇ ਜਿਹੜੇ ਲੋਕ ਹੈਗੇ ਨੇ ਜਾਂ ਜੋ ਲੋਕ ਦੇਖ ਰਹੇ ਨੇ, ਉਹ ਕਹਿੰਦੇ ਵੀ ਠੀਕ ਹੈ ਗੈਂਗਸਟਰਾਂ ਨੇ ਮਰਨਾ ਤਾਂ ਹੈ ਹੀ ਹੈ ਕਿਸ ਦਿਨ, ਚੰਗਾ ਵੀ ਜੇਲ੍ਹਾਂ ਵਿੱਚ ਲੜ ਕੇ ਖੱਪ ਜਾਣੇ ਇਹ ਲੋਕ। ਸੋ ਕਿਉਂਕਿ ਲੋਕ ਇਸ ਵਕਤ ਬਹੁਤ ਦੁਖੀ ਹੈਗੇ ਨੇ ਜਿਸ ਤਰੀਕੇ ਦਾ ਉਤਪਾਤ ਇਹਨਾਂ ਨੇ ਮਚਾ ਰੱਖਿਆ ਹੈ। ਲੋਕ ਚਾਹੁੰਦੇ ਨੇ ਕਿ ਯਾਰ ਇਹਨਾਂ ਦਾ ਐਨਕਾਊਂਟਰ ਕਰੋ, ਇਹਨਾਂ ਨੂੰ ਮਾਰੋ, ਇਹਨਾਂ ਨੂੰ ਐਲੀਮੀਨੇਟ ਕਰੋ। ਸੋ ਇਸ ਤਰੀਕੇ ਦਾ ਭਾਵ ਸਿੱਧੂ ਮੂਸੇਵਾਲਾ ਤੋਂ ਬਾਅਦ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਹੈ। ਸੋ ਲੋਕ ਮੰਨਦੇ ਹੈਗੇ ਨੇ ਵੀ ਜੇ ਜੇਲ੍ਹਾਂ 'ਚ ਆਪਸ ਲੜ ਕੇ ਮਰ ਰਹੇ ਹੈਗੇ ਨਾ ਤਾਂ ਚੰਗੀ ਗੱਲ ਹੈ, ਲੇਕਿਨ ਇਹਦੇ ਨਾਲ ਹੋਰ ਬਹੁਤ ਸੇ ਖੁਲਾਸੇ ਜਿਹੜੇ ਨੇ ਉਹ ਵੀ ਹੋਣੇ ਸ਼ੁਰੂ ਹੋ ਗਏ ਨੇ। ਕਿਹਨੇ ਕਿਹਦੀ ਮੁਖਬਰੀ ਕੀਤੀ, ਕੌਣ ਕਿਹਦੇ ਨਾਲ ਧੋਖਾ ਕਰ ਗਿਆ, ਕਿਉਂ ਜਦੋਂ ਕਹਿੰਦੇ ਵੀ ਆਪਸ ਦੇ ਦੋ ਦੋਸਤ ਜਾਂ ਦੋ ਭਰਾ ਜਿਹੜੇ ਹੁੰਦੇ ਜਦੋਂ ਵੱਖ ਹੁੰਦੇ ਨੇ ਉਹ ਫਿਰ ਇੱਕ ਦੂਸਰੇ ਦੇ ਜਿੰਨੇ ਵੀ ਭੇਤ ਹੁੰਦੇ ਨੇ ਉਹ ਖੋਲਦੇ ਨੇ। ਹੁਣ ਇਹੀ ਦੌਰ ਵੇਖਣ ਦੇ ਵਿੱਚ ਮਿਲਦਾ ਪਿਆ। ਜੱਗੂ ਭਗਵਾਨਪੁਰੀਆ ਇਹਨਾਂ ਦੀ ਪਰਤਾਂ ਖੋਲਦਾ ਪਿਆ ਹੈ, ਗੋਲਡੀ ਬਰਾੜ ਹੋਣੀ ਪੋਸਟਾਂ ਪਵਾ ਕੇ ਉਹਦੀਆਂ ਪਰਤਾਂ ਖੋਲਦੇ ਪਏ ਨੇ, ਇੱਕ ਦੂਸਰੇ ਨੂੰ ਬਦਨਾਮ ਕਰਨ ਜਾਂ ਡਿਸਕ੍ਰੈਡਿਟ ਕਰੇ ਵਿਦਿਨ ਦੇਅਰ ਓਨ ਗੈਂਗ ਐਂਡ ਆਰਗੇਨਾਈਜੇਸ਼ਨ, ਤਾਂ ਕਿ ਮੈਸੇਜ ਇਹ ਜਾਵੇ ਜੀ ਇਹ ਤਾਂ ਆਪਣੇ ਬੰਦੇ ਖੁਦ ਚੁਕਾ ਦਿੰਦੇ ਨੇ ਜੀ, ਖੁਦ ਪੁਲਿਸ ਨੂੰ ਮੁਖਬਰੀ ਕਰ ਦਿੰਦੇ ਨੇ। ਲੇਕਿਨ ਪੁਲਿਸ ਇਜ਼ ਹੈਵਿੰਗ ਅ ਗੁੱਡ ਟਾਈਮ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਇਹ ਮਾਮਲਾ ਰੁਕਿਆ ਨਹੀਂ ਹੈ, ਇੱਕ ਦੀ ਵਾਰਦਾਤ ਦੇ ਨਾਲ ਨਹੀਂ, ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਘਟਨਾਵਾਂ ਹੋਣਗੀਆਂ। ਤੇ ਹੁਣ ਤਾਂ ਮਤਲਬ ਇਸ ਵਕਤ ਉਹਦੀ ਪੂਰੀ ਸਥਿਤੀਆਂ ਬਣੀਆਂ ਹੋਈਆਂ ਨੇ ਕਿ ਜੇਲ੍ਹਾਂ ਦੇ ਵਿੱਚ ਜਾਂ ਈਵਨ ਅਦਾਲਤਾਂ ਦੇ ਵਿੱਚ ਪੇਸ਼ੀਆਂ ਦੌਰਾਨ ਇਹ ਘਟਨਾਵਾਂ ਹੋਰ ਵਧਣ। ਸੋ ਲੈਟ ਅਸ ਸੀ ਕਿ ਇਸ ਨੂੰ ਸਰਕਾਰਾਂ ਜਾਂ ਪੁਲਿਸ ਕਿਵੇਂ ਹੈਂਡਲ ਕਰਦਾ, ਉਸ ਨੂੰ ਦੇਖਦੇ ਵਿਊ ਕਿਵੇਂ ਕਰਦੇ ਨੇ। ਜਿਹਨਾਂ ਨੂੰ ਲੱਗ ਰਿਹਾ ਕਿ ਨਹੀਂ ਗੈਂਗਸਟਰ ਜੇ ਇੱਕ ਦੂਸਰੇ ਨਾਲ ਲੜ ਕੇ ਮਰ ਰਹੇ ਨੇ ਚੰਗੀ ਗੱਲ ਹੈ, ਸੋ ਪ੍ਰੋਬੇਬਲੀ ਦੇ ਵਿਲ ਲੈਟ ਇਟ ਹੈਪਨ, ਹੋਣ ਦੋ, ਚੰਗੀ ਗੱਲ ਹੈ, ਆਪਸ ਦੇ ਵਿੱਚ ਖਤਮ ਹੋਣਗੇ। ਲੇਕਿਨ ਜੇ ਉਹ ਵੱਖਰੇ ਨਿਆਂ ਪ੍ਰਣਾਲੀ ਦੀ ਗੱਲ ਕਰਨ, ਜੇ ਆਪਾਂ ਕਹਿਣ ਵੀ ਨਹੀਂ ਦਿਸ ਇਜ਼ ਨਾਟ
ਇਹ ਕੋਈ ਜੰਗਲ ਰਾਜ ਨਹੀਂ ਹੈਗਾ ਵੀ ਤੁਸੀਂ ਜੇਲ੍ਹਾਂ ਦੇ ਵਿੱਚ ਹੋਵੇ, ਜੇਲ੍ਹਾਂ ਤੋਂ ਬਾਹਰ ਹੋ। ਗੈਂਗਸਟਰ ਇਹ ਸਾਰਾ ਮਤਲਬ ਪਹਿਲਾਂ ਸਿੰਗਰਾਂ ਨੂੰ ਮਾਰ ਦੋ, ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਕਰ ਦੋ, ਫਿਰ ਇੱਕ ਦੂਸਰੇ ਨੂੰ ਮਾਰ ਦੋ, ਤਾਂ ਫਿਰ ਸਟੇਟ ਦਾ ਭੂਮਿਕਾ ਕੀ ਰਹੀ? ਸੋ ਇੱਕ ਵੱਖਰਾ ਐਸਪੈਕਟ ਹੈ ਵੇਖਣ ਵਾਲਾ। ਰਿਤੇਸ਼ ਜੀ, ਇਹ ਗੱਲ ਸਿੱਧੂ ਮੂਸੇਵਾਲੇ ਦੇ ਫਾਦਰ ਵੀ ਕਹਿੰਦੇ ਰਹੇ ਨੇ, ਤੇ ਹੁਣ ਜੱਗੂ ਭਗਵਾਨਪੁਰੀ ਗੈਂਗ ਵਾਲੇ ਵੀ ਕਹਿ ਰਹੇ ਵੀ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਦਾ ਜਿਹੜਾ ਇਨਫਲੂਐਂਸ ਹੈ ਇਨਸਾਈਡ ਜੇਲ੍ਹ ਜਾਂ ਸਿਸਟਮ ਦੇ ਉੱਤੇ ਕਾਫੀ ਜ਼ਿਆਦਾ ਹੈ, ਉਹਨਾਂ ਦੀ ਲੱਤ ਉੱਤੇ ਹੈਗੀ ਹੈ, ਕਿ ਉਹਨਾਂ ਨੂੰ ਪੈਟਰੋਨੇਜ ਵੀ ਮਿਲਦੀ ਹੈਗੀ ਹੈ ਟਾਈਮ ਟੂ ਟਾਈਮ। ਕੀ ਇਹ ਗੱਲ ਹੈਗੀ ਹੈ, ਸੱਚਾਈ ਹੈਗੀ ਹੈ? ਜਿਸ ਤਰ੍ਹਾਂ ਉਹਨਾਂ ਨੂੰ ਜੇ ਫੜੇ ਜਾਣ ਦੀ ਗੱਲ ਆਉਂਦੀ ਹੈ, ਜਾਂ ਕਹਿ ਲਓ ਵੀ ਉਹਨਾਂ ਬੰਦਿਆਂ ਨੂੰ ਇਨਕਾਊਂਟਰ ਨਹੀਂ ਹੁੰਦਾ, ਇਹ ਗੱਲ ਜੱਗੂ ਭਗਵਾਨਪੁਰੀ ਗੈਂਗ ਵੱਲੋਂ ਵੀ ਕਹੀ ਜਾਂਦੀ ਹੈ ਵੀ ਮੇਰੇ ਗੈਂਗ ਦੇ ਬੰਦਿਆਂ ਨੂੰ ਮਾਰਿਆ ਗਿਆ, ਉਹਨਾਂ ਦੇ ਗੈਂਗ ਦੇ ਬੰਦਿਆਂ ਨੂੰ ਕੁਝ ਵੀ ਨਹੀਂ ਕਿਹਾ ਗਿਆ। ਹਾਂ, ਇਹ ਭਾਵ ਤਾਂ ਹੈ ਹੀ ਹੈ। ਇਹ ਗੱਲ ਪਹਿਲਾਂ ਵੀ ਉੱਠੀ ਸੀ ਜਦੋਂ ਇੱਕ ਤੋਂ ਬਾਅਦ ਇੱਕ ਸਰੈਂਡਰ ਹੋਣੇ ਸ਼ੁਰੂ ਹੁੰਦੇ, ਸਰੈਂਡਰ ਨਹੀਂ, ਰਾਤ ਗ੍ਰਿਫਤਾਰੀਆਂ ਹੁੰਦੀਆਂ ਨੇ। ਸੋ ਪਹਿਲਾਂ ਸਵਾਲ ਉੱਠਦੇ ਸੀ ਵੀ ਲਾਰੈਂਸ ਬਿਸ਼ਨੋਈ ਆਪਣੇ ਬੰਦੇ ਸਾਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਉਹਨੇ ਦੇਤੇ, ਜਾਂ ਕਹਿ ਲਓ ਵੀ ਉਹਨਾਂ ਨੂੰ ਗ੍ਰਿਫਤਾਰੀਆਂ ਹੋ ਗਈਆਂ, ਬਹੁਤ ਸੌਖੇ ਤਰੀਕੇ ਨਾਲ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ, ਤੇ ਇਹ ਕਿਵੇਂ ਸੰਭਵ ਹੋ ਪਾ ਰਿਹਾ ਸੀ? ਦਿੱਲੀ ਪੁਲਿਸ ਹੀ ਆ ਕੇ ਪੰਜਾਬ ਦੇ ਕੇਸਾਂ ਨੂੰ, ਜਾਂ ਪੰਜਾਬ ਦੇ ਇਸ ਵੱਡੇ ਹਾਈ ਪ੍ਰੋਫਾਈਲ ਮਰਡਰ ਕੇਸ ਨੂੰ ਉਸ ਦੇ ਵਿੱਚ ਕਿਉਂ ਬ੍ਰੇਕ ਥਰੂਜ਼ ਕਰ ਪਾ ਰਹੀ ਸੀ? ਸੋ ਇਹ ਸਵਾਲ ਪਹਿਲਾਂ ਵੀ ਸੀ, ਅੱਜ ਵੀ ਹੈਗੇ ਨੇ ਤੇ ਰਹਿਣਗੇ। ਤੇ ਲੋਕ ਇਹ ਕਹਿੰਦੇ ਵੀ ਹੈਗੇ ਨੇ, ਤੇ ਈਵਨ ਮਹਿਸੂਸ ਵੀ ਹੁੰਦਾ ਵੀ ਲਾਰੈਂਸ ਨੂੰ ਇਸ ਤਰੀਕੇ ਦਾ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ? ਲਾਰੈਂਸ ਨੂੰ ਕਦੇ ਕਿਸੇ ਤੋਂ ਖਤਰਾ ਕਿਉਂ ਨਹੀਂ ਹੁੰਦਾ? ਬੇਸ਼ੱਕ ਉਹਨੇ ਗੱਲਾਂ ਬਾਤਾਂ ਕਹੀਆਂ ਨੇ ਰੀਸੈਂਟਲੀ ਵੀ ਮੈਨੂੰ ਕੁਝ ਪਾਰਟੀਆਂ ਤੋਂ ਖਤਰਾ ਹੈ, ਲੇਕਿਨ ਇਹ ਗੱਲਾਂ ਬਾਤਾਂ ਉੱਠ ਰਹੀਆਂ ਨੇ, ਤੇ ਸੁਭਾਵਿਕ ਨੇ, ਇਹ ਸਵਾਲ ਹੋਣੇ ਵੀ ਚਾਹੀਦੇ ਨੇ ਜੀ। ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਇਸ਼ੂ ਨੂੰ ਐਡਰੈਸ ਕਰਨ ਵਾਸਤੇ ਤੇ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਵਾਸਤੇ। ਬਹੁਤ ਬਹੁਤ ਧੰਨਵਾਦ। ਧੰਨਵਾਦ।